ਜਦ ਤੱਕ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਅਸੀਂ ਗੁਰੂ ਸਾਹਿਬ ਅਨੁਸਾਰ ਨਹੀਂ ਸਮਝਦੇ ਤਾਂ ਅਸੀਂ ਸਮਝ ਤਾਂ ਰਹੇ ਹੁੰਦੇ ਹਾਂ, ਪਰ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਹਿਸਾਬ ਨਾਲ ਸਮਝ ਰਹੇ ਹੁੰਦੇ ਹਾਂ। ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਗੁਰੂ ਸਾਹਿਬ ਅਨੁਸਾਰ ਹੀ ਸਮਝਣ ਲਈ ਆਓ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਵਿਚਾਰ ਕਰਦੇ ਹਾਂ ਔਰ ਅਸੀਂ ਦੇਖੀਏ ਕਿ ਇਸ ਹੁਕਮਨਾਮੇ ਵਿੱਚ ਗੁਰੂ ਸਾਹਿਬ ਦੇ ਕਿੰਨੇ ਉਪਦੇਸ਼ ਹਨ, ਇਹ ਉਪਦੇਸ਼ ਕਿਵੇਂ ਸਮਝਣੇ ਹਨ ਔਰ ਇਹ ਉਪਦੇਸ਼ ਕਿਹੜੇ ਹਨ। ਆਓ ਵਿਚਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਅਕਤੂਬਰ 2023 ਸ੍ਰੀ ਦਰਬਾਰ ਸਾਹਿਬ ਦਾ ਹੁਕਮਨਾਮਾ ਸਾਡੇ ਕੋਲ ਆਇਆ ਸੀ। ਤਿਲੰਗ ਕਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਜਦੋਂ ਅਸੀਂ ਹੁਕਮਨਾਮੇ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਦੇਖਣਾ ਹੁੰਦਾ ਹੈ ਕਿ ਹੁਕਮਨਾਮਾ ਇੱਕ ਸ਼ਬਦ ਹੈ, ਇੱਕ ਛੰਤ ਹੈ ਕਿ ਇੱਕ ਵਾਰ ਹੈ। ਇਹ ਜੋ ਹੁਕਮਨਾਮਾ ਸਾਡੇ ਪਾਸ ਆਇਆ ਹੈ, ਇਹ ਹੁਕਮਨਾਮਾ ਇੱਕ ਸ਼ਬਦ ਹੈ। ਇਹ ਹੁਕਮਨਾਮਾ ਸ਼ਬਦ ਕਿਵੇਂ ਹੈ ਕਿ 999 ਅੰਕ 'ਤੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਗੁਰਬਾਣੀ ਦਾ ਸ਼ਬਦ ਕੀ ਹੁੰਦਾ ਹੈ। ਇਸ ਸ਼ਬਦ ਦੇ ਸਿਰਲੇਖ ਤਹਿਤ ਗੁਰੂ ਸਾਹਿਬ ਇੱਕ ਪਦਾ, ਦੂਜਾ ਪਦਾ, ਤੀਜਾ, ਚੌਥਾ ਪਦਾ ਅਤੇ ਇੱਕ ਰਹਾਉ ਦਾ ਪਦਾ ਦੇਣ ਉਪਰੰਤ ਫਿਰ ਏਕਾ ਲਿਖਦੇ ਨੇ। ਏਕਾ ਦਾ ਭਾਵ ਹੈ ਕਿ ਇੱਥੇ ਤੱਕ ਇਹ ਸਾਰਾ ਸ਼ਬਦ ਹੈ। ਹੁਣ ਅਸੀਂ ਜਦੋਂ ਹੁਕਮਨਾਮੇ ਵੱਲ ਦੇਖਦੇ ਹਾਂ ਤੇ ਹੁਕਮਨਾਮੇ ਵਿੱਚ ਇੱਕ ਪਦਾ ਹੈ, ਉਸ ਦੇ ਥੱਲੇ ਦੂਜਾ ਪਦਾ ਹੈ, ਤੀਜਾ ਪਦਾ ਹੈ, ਚੌਥਾ ਪਦਾ ਹੈ ਅਤੇ ਰਹਾਉ ਦਾ ਪਦਾ ਹੈ ਅਤੇ ਇਹ ਸਾਰੇ ਸਮੁੱਚੇ ਸ਼ਬਦ ਦਾ ਅੰਕ ਵੀ ਨਾਲ ਸੁਭਾਇਮਾਨ ਹੈ। ਇਸ ਹੁਕਮਨਾਮੇ ਦੇ ਇਸ ਆਕਾਰ ਤੋਂ ਪਤਾ ਲੱਗਦਾ ਹੈ ਕਿ ਇਹ ਹੁਕਮਨਾਮਾ ਇੱਕ ਸ਼ਬਦ ਹੈ। ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਸਾਡਾ ਹੁਕਮਨਾਮਾ ਇੱਕ ਸ਼ਬਦ ਹੈ। ਹੁਣ ਅਸੀਂ ਦੂਜੇ ਪੜਾਅ 'ਚ ਇਹ ਦੇਖਣਾ ਹੁੰਦਾ ਹੈ ਕਿ ਇਸ ਸ਼ਬਦ ਦਾ ਘਰ ਕਿਹੜਾ ਹੈ, ਅਤੇ ਹੁਕਮਨਾਮੇ ਦਾ ਘਰ ਦੇਖਣ ਵਾਸਤੇ ਅਸੀਂ ਹੁਕਮਨਾਮੇ ਦੇ ਸਿਰਲੇਖ ਵਿੱਚ ਦੇਖਾਂਗੇ। ਅਤੇ ਹੁਕਮਨਾਮੇ ਦੇ ਸਿਰਲੇਖ ਵਿੱਚ ਸਾਨੂੰ ਘਰ ਸੁਭਾਇਮਾਨ ਮਿਲਦਾ ਹੈ। ਤਿਲੰਗ ਕਰ ਦੂਜਾ ਮਹੱਲਾ ਪੰਜਵਾਂ। ਇਹ ਪੰਚਮ ਪਾਤਸ਼ਾਹ ਦਾ ਸ਼ਬਦ ਤਿਲੰਗ ਅਧਿਆਏ ਵਿੱਚ ਸੁਭਾਇਮਾਨ ਹੈ ਔਰ ਇਸ ਨੂੰ ਘਰ ਦੂਜੇ ਅਨੁਸਾਰ ਸਮਝਣਾ ਹੈ। ਫਿਰ ਤੀਜੇ ਪੜਾਅ 'ਚ ਅਸੀਂ ਦੇਖਦੇ ਹਾਂ ਕਿ ਇਸ ਹੁਕਮਨਾਮੇ ਦੀ ਗਿਣਤੀ ਜਦੋਂ ਵੀ ਸਿਰਲੇਖ ਵਿੱਚ ਘਰ ਸੁਭਾਇਮਾਨ ਹੋਏਗਾ ਤਾਂ ਇਸ ਸ਼ਬਦ ਦੀ ਗਿਣਤੀ ਪਹਿਲੀ ਹੋਣੀ ਚਾਹੀਦੀ ਹੈ। ਘਰ ਦੇ ਸਿਰਲੇਖ ਦਾ ਭਾਵ ਹੀ ਇਹ ਹੈ ਕਿ ਇਸ ਸਿਰਲੇਖ ਅਨੁਸਾਰ ਇਹ ਸ਼ਬਦ ਇਸ ਘਰ ਦਾ ਪਹਿਲਾ ਸ਼ਬਦ ਹੈ। ਪਰ ਅਸੀਂ ਇੱਥੇ ਦੇਖ ਰਹੇ ਹਾਂ ਕਿ ਇੱਥੇ ਤਾਂ ਸ਼ਬਦ ਦਾ ਅੰਕ ਦੂਜਾ ਲਿਖਿਆ ਹੋਇਆ ਹੈ। ਇਹ ਜ਼ਰੂਰ ਕਿਤੇ ਕੋਈ ਉਤਾਰਾ ਕਰਨ ਵਾਲੇ ਦੀ ਕੋਈ ਗਲਤੀ ਰਹਿ ਗਈ ਹੈ, ਕਿਉਂਕਿ ਸਿਰਲੇਖ ਵਿੱਚ ਘਰ ਸੁਭਾਇਮਾਨ ਹੈ। ਤਾਂ ਜਿੱਥੇ ਗੁਰਬਾਣੀ ਦੇ ਘਰ ਦੇ ਵਿਧਾਨ ਅਨੁਸਾਰ ਜੇਕਰ ਸਿਰਲੇਖ ਵਿੱਚ ਘਰ ਸੁਭਾਇਮਾਨ ਹੋਏਗਾ ਤੇ ਉਹ ਸ਼ਬਦ ਗਿਣਤੀ ਵਿੱਚ ਪਹਿਲਾ ਹੋਣਾ ਚਾਹੀਦਾ ਹੈ। ਆਓ ਅਸੀਂ ਇੱਕ 1695 ਈਸਵੀ ਦਾ ਇਹ ਸਰੂਪ ਇਹ ਦਰਸ਼ਨ ਕਰਦੇ ਹਾਂ ਤਾਂ ਇੱਥੇ ਅਸੀਂ ਦੇਖ ਰਹੇ ਹਾਂ ਉਹੀ ਤਿਲੰਗ ਮਹੱਲਾ ਪੰਜਵਾਂ ਘਰ ਦੂਜਾ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੋ ਇਸ ਦੇ ਸ਼ਬਦ ਦਾ ਜੋ ਗਿਣਤੀ ਹੈ ਤਾਂ 4 ਪਦਾਂ ਤੋਂ ਬਾਅਦ ਇਹ ਏਕਾ ਲਿਖਿਆ ਹੈ। ਏਕਾ ਦਾ ਭਾਵ ਹੈ ਕਿ ਇਹ ਇਸ ਘਰ ਦਾ ਪਹਿਲਾ ਸ਼ਬਦ ਹੈ। ਗੁਰਬਾਣੀ ਦੇ ਘਰ ਦੇ ਵਿਧਾਨ ਅਨੁਸਾਰ ਇਹ ਬੜਾ ਜ਼ਰੂਰੀ ਹੈ ਕਿ ਜੇ ਸਿਰਲੇਖ ਵਿੱਚ ਘਰ ਸੁਭਾਇਮਾਨ ਹੈ ਤਾਂ ਇਹ ਸ਼ਬਦ ਗਿਣਤੀ ਵਿੱਚ ਪਹਿਲਾ ਸ਼ਬਦ ਹੀ ਹੋਣਾ ਚਾਹੀਦਾ ਹੈ। ਔਰ ਅਸੀਂ ਇਹ ਦੇਖ ਲਿਆ ਹੈ ਕਿ ਪੁਰਾਤਨ ਸਰੂਪ ਵਿੱਚ ਇਹ ਸ਼ਬਦ ਪਹਿਲਾ ਹੀ ਹੈ। ਹੁਣ ਅਸੀਂ ਦੇਖਣਾ ਹੈ ਕਿ ਇਸ ਘਰ ਦੂਜੇ ਅਨੁਸਾਰ ਇਸ ਹੁਕਮਨਾਮੇ ਦੇ ਉਪਦੇਸ਼ਾਂ ਨੂੰ ਕਿਵੇਂ ਸਮਝਣਾ ਹੈ। ਕਿਉਂ ਜੋ ਇਹ ਹੁਕਮਨਾਮਾ ਘਰ ਦੂਜੇ ਵਿੱਚ ਹੈ, ਇਸ ਲਈ
ਹਰ ਉਪਦੇਸ਼ ਦੇ 2 ਭਾਗ ਹੋਣਗੇ, ਭਾਵ 2-2 ਭਾਗ ਜੁੜ ਕੇ ਇੱਕ ਉਪਦੇਸ਼ ਪੂਰਾ ਹੋਏਗਾ। ਪਹਿਲੇ ਪ੍ਰਸ਼ਨ ਦਾ ਉੱਤਰ ਸਾਡੇ ਪਾਸ ਆਇਆ ਹੈ ਕਿ ਕਿਵੇਂ ਸਮਝਣਾ ਹੈ। 2-2 ਭਾਗ ਜੋੜ ਕੇ ਹਰ ਉਪਦੇਸ਼ ਨੂੰ ਸਮਝਣਾ ਹੈ। ਇਸ ਤੋਂ ਬਾਅਦ ਸਾਡੇ ਕੋਲ ਦੂਜਾ ਪ੍ਰਸ਼ਨ ਸਾਡਾ ਸੀ ਕਿ ਇਸ ਹੁਕਮਨਾਮੇ ਵਿੱਚ ਕਿੰਨੇ ਉਪਦੇਸ਼ ਹਨ। ਹੁਕਮਨਾਮੇ ਵਾਲੇ ਸ਼ਬਦ ਵਿੱਚ 4 ਪਦੇ ਹਨ ਔਰ ਇੱਕ ਰਹਾਉ ਦਾ ਪਦਾ ਵੀ ਹੈ। ਇੱਕ ਉਪਦੇਸ਼ ਤਾਂ ਰਹਾਉ ਦੇ ਪਦੇ ਦਾ ਹੈ। ਹੁਣ ਅਸੀਂ ਦੇਖਣਾ ਹੈ ਕਿ ਹਰ ਪਦੇ ਵਿੱਚ ਕਿੰਨੇ ਉਪਦੇਸ਼ ਹਨ। ਸਾਨੂੰ ਹੁਣ ਇਹ ਦੇਖਣਾ ਪਏਗਾ ਕਿ ਉਪਦੇਸ਼ ਕਿਹੜੇ ਹਨ। ਤਾਂ ਕਿਹੜੇ ਉਪਦੇਸ਼ ਜੋ ਦੇਖਾਂਗੇ ਤੇ ਸਾਡੇ ਪਾਸ ਉਪਦੇਸ਼ਾਂ ਦੀ ਗਿਣਤੀ ਵੀ ਸਾਹਮਣੇ ਆਏਗੀ। ਆਓ ਹੁਕਮਨਾਮੇ ਦਾ ਪਹਿਲਾ ਪਦਾ ਵਿਚਾਰਦੇ ਹਾਂ। ਇਸ ਹੁਕਮਨਾਮੇ ਦੇ ਪਹਿਲੇ ਪਦੇ ਵਿੱਚ ਪਹਿਲਾ ਉਪਦੇਸ਼, ਤੁਧ ਬਿਨ ਦੂਜਾ ਨਾ ਹੀ ਕੋਏ। ਤਾਂ ਇਹ ਆਪਣੇ ਆਪ ਵਿੱਚ ਇੱਕ ਸੰਪੂਰਨ ਘਰ ਹੈ, ਇੱਕ ਪੂਰੀ ਬਾਤ ਹੈ, ਇੱਕ ਪੂਰਾ ਵਿਸ਼ਾ ਹੈ। ਤੁਧ ਬਿਨ ਦੂਜਾ ਨਾ ਹੀ ਕੋਏ, ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ। ਪਰ ਹਾਲੇ ਉਪਦੇਸ਼ ਸੰਪੂਰਨ ਨਹੀਂ ਹੋਇਆ ਹੈ। ਇਹ ਪਹਿਲਾ ਘਰ ਹੈ। ਘਰ ਦੂਜੇ ਵਿੱਚ ਦੂਜਾ ਘਰ ਨਾਲ ਜੁੜੇਗਾ ਤੇ ਤਾਂ ਉਪਦੇਸ਼ ਪੂਰਾ ਹੋਏਗਾ। ਦੂਜਾ ਘਰ ਕਿਵੇਂ ਨਾਲ ਜੁੜਦਾ ਹੈ? ਤੂੰ ਕਰਤਾਰ ਕਰਹਿ ਸੋ ਹੋਏ। ਤੇਰੇ ਤੋਂ ਬਿਨਾ ਹੋਰ ਕੋਈ ਹੈ ਨਹੀਂ ਤੇ ਜੋ ਫਿਰ ਤੂੰ ਕਰੇਗਾ ਉਹੀ ਹੋਏਗਾ। ਤੂੰ ਕਰਤਾਰ ਕਰਹਿ ਸੋ ਹੋਏ। ਤੂੰ ਕਰਤਾਰ ਦਾ ਭਾਵ ਹੈ ਕਿ ਦੂਜਾ ਪੁਰਖ ਹੈ ਤੇ ਦੂਜੇ ਪੁਰਖ ਵਿੱਚ ਇਹ ਹਿਕਾਰਾਂਤਕ ਕਿਰਿਆ ਕਰਹਿ ਹਮੇਸ਼ਾ ਇੱਕ ਵਚਨ ਹੁੰਦਾ ਹੈ। ਤਾਂ ਤੂੰ ਕਰਹਿ, ਤਾਂ ਇਸ ਤਰ੍ਹਾਂ ਅਸੀਂ ਬੋਲਦੇ ਹਾਂ ਤੂੰ ਕਰਹਿ, ਤੂੰ ਕਰਤਾਰ ਕਰਹਿ ਸੋ ਹੋਏ। ਤਾਂ ਤੇਰੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਤਾਂ ਜੋ ਤੂੰ ਕਰਦਾ ਹੈ ਉਹ ਹੁੰਦਾ ਹੈ। ਤੇ ਇਹ ਹੁਣ ਹੁਣ ਇਹ ਉਪਦੇਸ਼ ਮੁਕੰਮਲ ਹੋ ਗਿਆ ਹੈ। 2 ਘਰ ਜੁੜੇ, ਇੱਕ ਉਪਦੇਸ਼ ਪੂਰਾ ਹੋ ਗਿਆ ਹੈ। ਪਰ ਹਾਲੇ ਪਦਾ ਪੂਰਾ ਨਹੀਂ ਹੋਇਆ ਹੈ। ਹਾਲੇ ਪਦੇ ਵਿੱਚ ਇੱਕ ਉਪਦੇਸ਼ ਹੋਰ ਹੈ। ਉਹ 2 ਤੁਕਾਂ ਉਪਦੇਸ਼ ਦੀਆਂ ਕਿਹੜੀਆਂ ਹਨ? ਤੇਰਾ ਜ਼ੋਰ ਤੇਰੀ ਮਨ ਟੇਕ। ਤੇਰਾ ਜ਼ੋਰ ਚੱਲਦਾ ਹੈ ਤੇ ਤੇਰਾ ਹੀ ਤਾਂ ਆਸਰਾ ਹੈ। ਤਾਂ ਇਹ ਹਾਲੇ ਉਪਦੇਸ਼ ਸ਼ੁਰੂ ਹੋਇਆ ਹੈ। ਇਹ ਉਪਦੇਸ਼ ਦਾ ਪਹਿਲਾ ਭਾਗ ਹੈ, ਉਪਦੇਸ਼ ਦਾ ਪਹਿਲਾ ਘਰ ਹੈ। ਸਦਾ ਸਦਾ ਜਪ ਨਾਨਕ ਏਕ। ਜਦੋਂ ਵੀ ਨਾਨਕ ਸ਼ਬਦ ਸੰਬੋਧਨ ਰੂਪ ਵਿੱਚ ਕੱਕਾ ਮੁਕਤਾ ਦੇ ਨਾਲ ਆਉਂਦਾ ਹੈ ਤਾਂ ਨਾਨਕ ਤੋਂ ਬਿਨਾਂ ਘਰ ਦਾ ਸੁਨੇਹਾ ਪੂਰਾ ਹੋ ਰਿਹਾ ਹੁੰਦਾ ਹੈ। ਜਿਵੇਂ ਇੱਥੇ ਸੁਨੇਹਾ ਕੀ ਹੈ? ਸਦਾ ਸਦਾ ਜਪ ਏਕ। तो नानक संबोधन है नानक, पर संबोधन है अपने मन नू। हे मेरे मन सदा सदा जप एक। तो नानक तो बिना बाकी दा घर पूरा हो रहा है। सदा सदा जप एक, हमेशा उस एके नू बुझ, एके नू समझ, एके नू जान, उस एके नू जानना जरूरी है। हे मेरे मन, तो नानक दा संबोधन अपने मन नू संबोधन है। नानक ते आके ही तां गुरु पातशाह दी बाणी मन नू आके टुंबदी है। पर असी अपने मन नू संबोधन तां करिए नानक ते आके। पहले पदे विच सानू दो उपदेश प्राप्त होए हन और दोने उपदेश घर दूजे अनुसार समझे हन। आओ हुण हुक्मनामे दा दूजा पदा देखदे हां और दूजे पदे विच सानू मिलदे हन हुक्मनामे दे तीजे अते चौथे उपदेश। हुक्मनामे दा तीजा उपदेश है तू होवनहार। तू ही है ते तू ही रहने वाला है। ये बात शुरू हो गई है, अपने आप में मुकम्मल बात है, पर उपदेश का एक भाग है। उपदेश का दूजा भाग है अगम, अगाध, ऊंच, आपार। तू साडी पहुंच तो परे है। अगम, तैनू पूरा जानिया नहीं जा सकता है। अगाध, ऊंच, तू इन्ना उच्चा है। आपार, तू बेअंत है। तू रहन वाला तो है, पर तू किहो जा है। तू अगम है, तू किहो जा है, तू एहो जा है। किहो जा? अगम है, अगाध है, ऊंच है, अपार है। ये हुण सारा रलिया ते एक उपदेश पूरा होया तू बारे। ते असीं तू नूं पूरा इन्हां दोनां घरां दे मेल दे नाल घर दूजे दे तीजे उपदेश विचों जाणिया है। इसे पदे विच हुक्मनामे दा चौथा उपदेश, जो तुद सेव है तिन भौ दुख ना है। ਜਿਹੜੇ ਤੇਰੇ ਮਗਰ ਲੱਗਦੇ ਨੇ,
ਜਿਹੜੇ ਤੇਰੇ ਤੋਂ ਗਿਆਨ ਪ੍ਰਾਪਤ ਕਰਦੇ ਨੇ। ਜੋ ਤੁਧ ਸੇਵਹਿ, ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਵਿੱਚ ਸੇਵਹਿ ਦਾ ਬੜਾ ਭਾਰੀ ਮਹੱਤਵ ਹੈ। ਜੋ ਤੁਧ ਸੇਵਹਿ, ਜਿਹੜੇ ਤੇਰੇ ਮਗਰ ਲੱਗਦੇ ਹਨ। ਸੇਵਾ ਕਰਨੀ ਮਗਰ ਲੱਗਣਾ ਹੁੰਦਾ ਹੈ। ਕਿਵੇਂ? ਥਿੱਤਵਾਰ ਸੇਵਹਿ ਮੁਗਧ ਗਵਾਰ, ਜਿਹੜੇ ਥਿੱਤਾਂ ਵਾਰਾਂ ਦੇ ਮਗਰ ਲੱਗਦੇ ਨੇ ਉਹ ਮੂਰਖ ਨੇ, ਅਣਜਾਣ ਨੇ। ਉਹ ਨਾ ਸੇਵਣ ਦੀ ਬਾਤ ਹੈ, ਮਗਰ ਨਾ ਲੱਗਣ ਦੀ ਬਾਤ ਹੈ। ਇਹ ਮਗਰ ਲੱਗਣ ਦੀ ਬਾਤ ਹੈ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾ ਹੈ। ਉਹਨਾਂ ਨੂੰ ਕੋਈ ਡਰ ਨਹੀਂ, ਉਹਨਾਂ ਨੂੰ ਕੋਈ ਦੁੱਖ ਨਹੀਂ, ਜਿਹੜੇ ਤੇਰੇ ਮਗਰ ਲੱਗਦੇ ਨੇ, ਤੇਰੀ ਸੇਵਾ ਕਰਦੇ ਨੇ। ਲਿਖਿਆ ਹੈ ਸੇਵਾ ਕਰਦੇ ਹਨ, ਭਾਵ ਹੈ ਤੇਰੇ ਤੋਂ ਗਿਆਨ ਪ੍ਰਾਪਤ ਕਰਦੇ, ਤੇਰੇ ਮਗਰ ਲੱਗਦੇ ਹਨ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾ ਹੈ। ਪਰ ਹਾਲੇ ਉਪਦੇਸ਼ ਪੂਰਾ ਨਹੀਂ ਹੋਇਆ। ਉਪਦੇਸ਼ ਹੋਣੇ ਦੇ ਨਾਲ ਇੱਕ ਹੋਰ ਘਰ ਜੁੜੇਗਾ, ਫਿਰ ਉਪਦੇਸ਼ ਪੂਰਾ ਹੋਏਗਾ। ਦੂਜਾ ਘਰ ਕੀ ਹੈ? ਜਿਹੜੇ ਤੈਨੂੰ ਸੇਵਦੇ ਨੇ ਉਹਨਾਂ ਨਾਲ ਫਿਰ ਕੀ ਹੁੰਦਾ? ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਤੇ ਇਹ ਹੁਣ ਫਿਰ ਉਸੇ ਤਰ੍ਹਾਂ ਹੀ ਨਾਨਕ ਦਾ ਸੰਬੋਧਨ ਆਪਣੇ ਮਨ ਨੂੰ, ਇਸ ਕਰਕੇ ਆਪਣੇ ਮਨ ਨੂੰ ਸੰਬੋਧਨ ਨੂੰ ਵੱਖਰਾ ਰੱਖੀਏ ਤੇ ਉਪਦੇਸ਼ ਸਮਝੀਏ ਗੁਰ ਪ੍ਰਸਾਦ ਗੁਣ ਗਾਹੇ। ਉਹ ਫਿਰ ਗੁਰੂ ਦੀ ਕਿਰਪਾ ਦੇ ਨਾਲ ਗੁਣਾਂ ਨੂੰ ਗਾਹੁੰਦੇ ਨੇ। ਗੁਣਾਂ ਨੂੰ ਗਾਹਣਾ, ਗੁਣਾਂ ਨੂੰ ਜਾਣਨਾ ਹੈ, ਗੁਣਾਂ ਨੂੰ ਬੁੱਝਣਾ ਹੈ। ਇਹ ਗਾਹਣਾ, ਇਹ ਉਹ ਜੋ ਆਗਾਧ ਹੈ, ਉਹ ਆਗਾਹਿਆ ਹੈ, ਉਹ ਆਗਾਧ ਹੈ, ਉਸ ਨੂੰ ਗਾਹਣਾ ਹੈ। ਇਸ ਉਪਦੇਸ਼ ਵਿੱਚ ਜੋ ਤੁਧ ਸੇਵਹਿ ਤਿਨ ਭਉ ਦੁਖ ਨਾ ਹੈ। ਉਹਨਾਂ ਨੂੰ ਕੋਈ, ਜਿਹੜੇ ਤੇਰੇ ਮਗਰ ਲੱਗਦੇ ਨੇ, ਜਿਹੜੇ ਤੇਰੇ ਤੋਂ ਗਿਆਨ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ, ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ। ਉਹ ਉਹਨਾਂ ਦੀ ਬਾਤ ਹੁਣ ਅੱਗੋਂ ਚੱਲ ਰਹੀ ਹੈ, ਗੁਰ ਪ੍ਰਸਾਦ ਗੁਣ ਗਾਹੇ। ਹੇ ਮੇਰੇ ਮਨ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਉਹ ਹੁਣ ਗੁਰੂ ਦੀ ਕਿਰਪਾ ਦੇ ਨਾਲ ਉਹ ਗੁਣਾਂ ਨੂੰ ਜਾਣਦੇ ਨੇ, ਉਹ ਪ੍ਰਭੂ ਦੇ ਗੁਣਾਂ ਨੂੰ ਬੁੱਝਦੇ ਨੇ, ਪ੍ਰਭੂ ਦੇ ਗੁਣਾਂ ਨੂੰ ਮਹਿਸੂਸ ਕਰਦੇ ਨੇ। ਗੁਣ ਗਾਹੇ। ਹੁਣ ਸਾਡੇ ਕੋਲ ਦੂਜੇ ਪਦੇ ਵਿੱਚ ਹੀ ਚੌਥਾ ਉਪਦੇਸ਼ ਪ੍ਰਾਪਤ ਹੋਇਆ ਹੈ। ਆਓ ਹੁਕਮਨਾਮੇ ਦਾ ਤੀਜਾ ਪਦਾ ਦੇਖਦੇ ਹਾਂ। ਇਸੇ ਤਰ੍ਹਾਂ ਫਿਰ ਸਾਨੂੰ ਤੀਜੇ ਪਦੇ ਵਿੱਚ ਹੁਕਮਨਾਮੇ ਦਾ ਪੰਜਵਾਂ ਤੇ ਛੇਵਾਂ ਉਪਦੇਸ਼ ਪ੍ਰਾਪਤ ਹੋ ਰਿਹਾ ਹੈ। ਆਓ ਹੁਕਮਨਾਮੇ ਦਾ ਪੰਜਵਾਂ ਉਪਦੇਸ਼ ਦੇਖਦੇ ਹਾਂ। ਜੋ ਦੀਸੈ ਸੋ ਤੇਰਾ ਰੂਪ, ਜੇਤਾ ਕੀਤਾ ਤੇਤਾ ਨਾਉ। ਜੋ ਦੀਸੈ ਸੋ ਤੇਰਾ ਰੂਪ, ਜੋ ਕੁਝ ਦਿਸਦਾ ਹੈ ਉਹ ਤੇਰਾ ਰੂਪ ਹੀ ਹੈ। ਇਹ ਆਪਣੇ ਆਪ ਵਿੱਚ ਮੁਕੰਮਲ ਬਾਤ ਹੈ, ਇਸ ਕਰਕੇ ਘਰ ਹੈ। ਪਰ ਇਹ ਘਰ ਹਾਲੇ ਉਪਦੇਸ਼ ਦਾ ਇੱਕ ਭਾਗ ਹੈ। ਦੂਜਾ ਭਾਗ ਨਾਲ ਜੁੜੇਗਾ ਤੇ ਉਪਦੇਸ਼ ਪੂਰਾ ਹੋਏਗਾ। ਦੂਜਾ ਭਾਗ ਕੀ ਹੈ? ਗੁਣ ਨਿਦਾਨ ਗੋਵਿੰਦ ਅਨੂਪ। ਇਹ ਗੁਣਾਂ ਦਾ ਖਜ਼ਾਨਾ, ਇਹ ਸੁੰਦਰ ਅਨੂਪ ਸੁੰਦਰ ਰੂਪ ਹੈ। ਇਹ ਉਸੇ ਰੂਪ ਦੀ ਬਾਤ ਹੋ ਰਹੀ ਹੈ ਜਿਸ ਦੀ ਬਾਤ ਪਹਿਲੇ ਕਰ ਚੋਈ ਸੀ। ਜੋ ਦਿਸੈ ਸੋ ਤੇਰਾ ਰੂਪ। ਤੋ ਇਹਨਾਂ ਦੋਨਾਂ ਘਰਾਂ ਦੇ ਮੇਲ ਦੇ ਨਾਲ ਉਪਦੇਸ਼ ਪੂਰਾ ਹੋਇਆ ਹੈ ਔਰ ਇਸ ਹੁਕਮਨਾਮੇ ਦਾ ਇਹ ਪੰਜਵਾਂ ਉਪਦੇਸ਼ ਪੂਰਾ ਹੋਇਆ ਹੈ। ਇਸੇ ਪਦੇ ਵਿੱਚ ਆਓ ਘਰ ਦੂਜੇ ਅਨੁਸਾਰ ਸਮਝੀਏ ਛੇਵਾਂ ਉਪਦੇਸ਼ ਕਿਹੜਾ ਹੈ। ਸਿਮਰ 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 ਜਨ ਸੋਏ। ਸਿਮਰ 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 3 ਵਾਰ ਕਿਉਂ ਆਇਆ ਹੈ? ਮੈਂ ਇੱਧਰ ਦੇਖਾਂ ਤਾਂ ਤੈਨੂੰ ਯਾਦ ਕਰਾਂ, ਉਹਨੂੰ ਦੇਖਾਂ ਤਾਂ ਯਾਦ ਕਰਾਂ, ਸਵੇਰੇ ਦੇਖਾਂ ਤਾਂ ਤੈਨੂੰ ਯਾਦ ਕਰਾਂ, ਇਹਨੂੰ ਦੇਖਾਂ ਉਹਨੂੰ ਦੇਖਾਂ, ਆਹ ਸੋਚਾਂ ਆਹ ਬੋਲਾਂ, ਸਿਰਫ ਤੈਨੂੰ ਹੀ ਯਾਦ ਕਰਾਂ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਹੇ ਮੇਰੇ ਮਨ, ਉਸ ਨੂੰ ਯਾਦ ਕਰਨ ਦੀ ਦਾਤ ਵੀ ਤੈਨੂੰ ਉਸ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਸਕਦੀ ਹੈ। ਹੇ ਮੇਰੇ ਮਨ, ਇੱਧਰ ਧਿਆਨ ਦੇ। ਤੋ ਘਰ ਕੀ ਹੈ? ਕਰਮ ਪ੍ਰਾਪਤ ਹੋਏ। ਨਾਨਕ ਦਾ ਭਾਵ ਹੈ ਹੇ ਮੇਰੇ ਮਨ, ਹੇ ਮੇਰੇ ਮਨ ਕਰਮ ਪ੍ਰਾਪਤ ਹੋਏ। ਤੇ ਕੀ ਪ੍ਰਾਪਤ ਹੋਏ? ਕਿ ਹਰ ਵੇਲੇ ਤੋਂ ਉਸ ਨੂੰ ਸਿਮਰ। ਸਿਮਰ 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 ਜਨ ਸੋਏ। ਤੋ ਇਸ ਦੇ ਨਾਲ ਤੀਜੇ ਪਦੇ ਵਿੱਚ ਸਾਡੇ ਕੋਲ 6 ਉਪਦੇਸ਼ ਹੋ ਗਏ ਹਨ, ਪਰ ਇਸ ਦਾ ਚੌਥਾ ਪਦਾ ਵੀ ਹੈ। ਹੁਕਮਨਾਮੇ ਦਾ ਚੌਥਾ ਪਦਾ ਦੇਖਦੇ ਹਾਂ। ਜਿਨੀ ਜਪਿਆ ਤਿਸ ਕਉ ਬਲਿਹਾਰ। ਜਿਸ ਨੇ ਜਪਿਆ ਹੈ। ਹੁਣ ਜਿੰਨੀ ਤੇ ਜਿਨ ਦਾ ਅੰਤਰ ਹੈ। ਜਿਨ ਦਾ ਭਾਵ ਜਿਨ੍ਹਾਂ ਨੇ ਜਪਿਆ ਹੈ, ਪਰ ਇੱਥੇ ਜਿਨ੍ਹਾਂ ਨੇ ਨਹੀਂ ਹੈ, ਇੱਥੇ ਹੈ ਜਿਸ ਨੇ ਜਪਿਆ ਹੈ। ਤਾਂ ਇਸ ਦਾ ਉਚਾਰਨ ਹੋਏਗਾ ਜਿਨੀ, ਭਾਵ ਜਿਸ ਕਰਨ ਲਈ ਗੁਰੂ ਸਾਹਿਬ ਨੇ ਨੰਨੇ ਨੂੰ ਸਿਹਾਰੀ ਲਾਈ ਹੈ। ਜਿਨੀ ਜਪਿਆ ਤਿਸ ਕਉ ਬਲਿਹਾਰ।
ਜਿਸਨੇ ਜਪਿਆ ਹੈ ਉਸ ਤੋਂ ਬਲਿਹਾਰੇ ਜਾਣਾ ਹਾਂ। ਪਰ ਹਾਲੇ ਇਹ ਬਾਤ ਪੂਰੀ ਹੈ, ਪਰ ਇਹ ਇੱਕ ਘਰ ਹੈ, ਇਹ ਉਪਦੇਸ਼ ਦਾ ਇੱਕ ਭਾਗ ਹੈ। ਦੂਜਾ ਭਾਗ ਕਿਹੜਾ ਹੈ? ਦੂਸਰਾ ਭਾਗ ਨਾਲ ਜੁੜੇਗਾ। ਤਿਸ ਕੈ ਸੰਗੇ ਤਰੈ ਸੰਸਾਰ, ਤਿਸ ਕੈ ਸੰਗੇ। ਹੁਣ ਇੱਕ ਹੈ ਸੰਗ, ਇੱਕ ਹੈ ਸੰਗੇ। ਤੋ ਇੱਕ ਹੈ ਸਾਥ, ਸਾਥ ਹੁੰਦਾ ਗੱਗੇ ਨੂੰ ਔਂਕੜ। ਤਿਸ ਕੈ ਸੰਗੇ ਤਰੈ ਸੰਸਾਰ, ਇਹ ਸਾਰਾ ਸੰਸਾਰ ਕਿਸ ਦੇ ਨਾਲ? ਜਿਨੀ ਜਪਿਆ, ਜਿਸਨੇ ਜਪਿਆ ਹੈ। ਜਪਿਆ ਭਾਵ ਜਿਸਨੇ ਜਾਣਿਆ ਹੈ, ਜਾਣਿਆ ਭਾਵ ਜਿਸਨੇ ਸਮਝਿਆ ਹੈ, ਸਮਝਿਆ ਭਾਵ ਜਿਸਨੇ ਬੁਝਿਆ ਹੈ ਕਿ ਤੂੰ ਹੈ, ਤੂੰ ਹੈ, ਤੂੰ ਅਵਣਹਾਰ। ਜਿਸਨੇ ਬੁਝ ਲਿਆ ਹੈ, ਜਿਨੀ ਜਪਿਆ ਤੇ ਮੈਂ ਉਸਦੇ ਬਲਿਹਾਰੇ ਜਾਣਾ ਹਾਂ। ਇਹ ਇੱਕ ਘਰ ਹੈ। ਦੂਜਾ ਘਰ ਤਿਸ ਕੈ ਸੰਗੇ ਤਰੈ ਸੰਸਾਰ। ਤੋ ਹੁਣ ਇਹਨਾਂ ਦੋਨਾਂ ਘਰਾਂ ਦੇ ਮੇਲ ਦੇ ਨਾਲ ਸਾਡਾ ਉਪਦੇਸ਼ ਪੂਰਾ ਹੋ ਗਿਆ ਹੈ। ਇਹ ਇਸ ਹੁਕਮਨਾਮੇ ਦਾ 7ਵਾਂ ਉਪਦੇਸ਼ ਹੈ। ਇਸ ਚੌਥੇ ਪਦੇ ਵਿੱਚ ਇੱਕ ਹੋਰ ਉਪਦੇਸ਼ ਹੈ ਜਿਸ ਨੂੰ ਫਿਰ ਅਸੀਂ ਘਰ ਦੂਜੇ ਅਨੁਸਾਰ ਸਮਝਣਾ ਹੈ, ਕਿਉਂਕਿ ਸਾਰਾ ਹੁਕਮਨਾਮਾ ਘਰ ਦੂਜੇ ਵਿੱਚ ਹੈ। ਕਹੋ ਨਾਨਕ। ਹੁਣ ਨਾਨਕ ਨੂੰ, ਨਾਨਕ ਕਿਉਂਕਿ ਮਨ ਹੈ ਤੇ ਮਨ ਨੂੰ ਕਿਹਾ ਜਾ ਰਿਹਾ ਕਹੋ ਗੁਰਬਾਣੀ ਦਾ। ਗੁਰਬਾਣੀ ਦਾ ਕਹੋ ਹੈ ਤੂੰ ਸਮਝ, ਹੇ ਮੇਰੇ ਮਨ ਤੂੰ ਸਮਝ। ਕਹੋ ਨਾਨਕ, ਹੇ ਮੇਰੇ ਮਨ ਤੂੰ ਸਮਝ। ਸਮਝ ਕੀ? ਕਿ ਆਪਾਂ ਇਉਂ ਕਹਿਣਾ ਹੈ ਕਿ ਹੇ ਮੇਰੇ ਪ੍ਰਭੂ, ਮੇਰੀ ਤ੍ਰਿਪਤੀ ਹੋ ਜਾਂਦੀ ਹੈ। ਕਿਵੇਂ? ਸੰਤ ਜਨਾ ਕੀ ਬਾਛੋ ਤੂਰ। ਉਹ ਜਿਹੜੇ ਗੁਰੂ ਦੇ ਗਿਆਨ ਦੇ ਨਾਲ ਰਚੇ ਮਿਚੇ ਹੋਈਆਂ ਜਿਹੜੀਆਂ ਰੂਹਾਂ ਨੇ, ਸੁਰਤੀਆਂ ਨੇ, ਬਿਰਤੀਆਂ ਨੇ, ਉਹਨਾਂ ਦੀ ਵਿਚਾਰਾਂ ਨੂੰ ਗ੍ਰਹਿਣ ਕਰਕੇ, ਉਹਨਾਂ ਦੀ ਧੂਰ, ਉਹਨਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਮੇਰੀ ਤ੍ਰਿਪਤੀ ਹੋ ਗਈ ਹੈ। ਇਹ ਐ ਸਮਝ। ਕਹੋ ਨਾਨਕ ਪ੍ਰਭ ਲੋਚਾਪੂਰ, ਸੰਤ ਜਨਾ ਕੀ ਬਾਛੋ ਤੂਰ। ਤੋ ਇਹ ਆਪਣੇ ਆਪ ਵਿੱਚ ਇੱਕ ਵੱਖਰਾ ਉਪਦੇਸ਼ ਹੈ। ਤੋ ਇਸ ਉਪਦੇਸ਼ ਦੇ ਨਾਲ ਸਾਡੇ ਕੋਲ ਇਸ ਹੁਕਮਨਾਮੇ ਦੇ 4 ਪਦਾਂ ਵਿੱਚ 8 ਉਪਦੇਸ਼ ਸਾਨੂੰ ਪ੍ਰਾਪਤ ਹੋਏ ਹਨ। ਪਰ ਇਸ ਹੁਕਮਨਾਮੇ ਵਿੱਚ ਰਹਾਉ ਦਾ ਪਦਾ ਵੀ ਹੈ। ਰਹਾਉ ਦਾ ਪਦਾ ਵੀ ਇੱਕ ਪਦਾ ਹੈ ਹੁਕਮਨਾਮੇ ਦਾ। ਇਸ ਦਾ ਮਤਲਬ ਜੇ ਪਦਾ ਹੈ ਤਾਂ ਇਹਦੇ ਵਿੱਚ ਵੀ ਉਪਦੇਸ਼ ਹੋਏਗਾ। ਰਹਾਉ ਦੇ ਪਦੇ ਵਿੱਚ ਉਪਦੇਸ਼ ਤਾਂ ਹੈ, ਪਰ ਇਸ ਉਪਦੇਸ਼ ਨੂੰ ਸਮਝਣ ਦਾ ਢੰਗ ਉਹ ਨਹੀਂ ਹੈ ਜਿਸ ਢੰਗ ਦੇ ਨਾਲ ਅਸੀਂ ਹੁਕਮਨਾਮੇ ਦੇ ਸਾਰੇ ਪਦਾਂ ਵਿੱਚ ਉਪਦੇਸ਼ਾਂ ਨੂੰ ਸਮਝਿਆ ਹੈ। ਅਸੀਂ ਸਾਰੇ ਪਦਾਂ ਵਿੱਚ ਕਿਸ ਤਰ੍ਹਾਂ ਸਮਝਿਆ ਹੈ? ਘਰ ਦੂਜੇ ਅਨੁਸਾਰ ਸਮਝਿਆ ਹੈ। ਤਾਂ ਰਹਾਉ ਦੇ ਪਦ ਦਾ ਭਾਵ ਇਹ ਹੈ ਕਿ ਇਸ ਪਦੇ ਵਿੱਚ ਜਿਹੜਾ ਉਪਦੇਸ਼ ਹੈ, ਇਸ ਨੂੰ ਸਮਝਣ ਦਾ ਢੰਗ ਬਾਕੀ ਸਾਰੇ ਪਦਾਂ ਦੇ ਉਪਦੇਸ਼ਾਂ ਨੂੰ ਸਮਝਣ ਦੇ ਢੰਗ ਤੋਂ ਭਿੰਨ ਹੈ, ਵੱਖਰਾ ਹੈ, ਰਿਹਾ ਹੋਇਆ ਹੈ। ਆਓ ਦੇਖੀਏ ਕਿਵੇਂ ਭਿੰਨ ਹੈ, ਕਿਵੇਂ ਵੱਖਰਾ ਹੈ, ਕਿਵੇਂ ਰਿਹਾ ਹੋਇਆ ਹੈ। ਰਹਾਉ ਦਾ ਪਦਾ। ਸਭ ਊਪਰੇ ਪਾਰ ਬ੍ਰਹਮ ਦਾ ਤਾਰ। ਉੱਪਰ ਤੇ ਊਪਰੇ ਦਾ ਕੀ ਅੰਤਰ ਹੈ? ਉੱਪਰ ਹੁੰਦਾ ਹੈ ਰਾਰਾ ਔਂਕੜ ਮੇਰਾ ਉੱਪਰ, ਮੇਰਾ ਉੱਪਰ ਹੈ ਉੱਪਰ। ਪਰ ਮੇਰੇ ਉੱਪਰ, ਮੇਰੇ ਉੱਪਰ, ਮੇਰੇ ਉੱਪਰ ਹੈ ਊਪਰੇ। ਮੇਰੇ ਉੱਪਰ ਗੁਰਬਾਣੀ ਚ ਹੁੰਦਾ ਹੈ ਊਪਰੇ, ਤੇ ਮੇਰਾ ਉੱਪਰ ਗੁਰਬਾਣੀ ਚ ਹੁੰਦਾ ਹੈ ਉੱਪਰ। ਉੱਪਰ ਰਾਰੇ ਦੇ ਔਂਕੜ ਨਾਲ ਹੁੰਦਾ ਹੈ, ਊਪਰੇ ਰਾਰੇ ਦੀ ਸਿਹਾਰੀ ਨਾਲ ਹੁੰਦਾ ਹੈ। ਇੱਥੇ ਹੈ ਸਭ ਊਪਰੇ, ਸਾਰਿਆਂ ਦੇ ਉੱਪਰ, ਪਾਰ ਬ੍ਰਹਮ ਦਾ ਤਾਰ। ਤਾਂ ਸਾਰਿਆਂ ਦੇ ਉੱਪਰ ਪਾਰ ਬ੍ਰਹਮ ਦਾ ਤਾਰ ਹੈ। ਇਹ ਆਪਣੇ ਆਪ ਵਿੱਚ ਇੱਕ ਸੰਪੂਰਨ ਬਾਤ ਹੈ, ਇਸ ਕਰਕੇ ਪਹਿਲਾ ਘਰ ਹੈ। ਤੇ ਦੂਜੀ ਤੁਕ ਵਿੱਚ ਅਸੀਂ ਹੋਰ ਘਰ ਦੇਖੀਏ। ਪਹਿਲਾ ਘਰ ਹੈ ਤੇਰੀ ਟੇਕ, ਤੇਰਾ ਹੀ ਆਸਰਾ ਹੈ, ਤੇਰੀ ਟੇਕ। ਪਰ ਇੱਕ ਬਾਤ ਹੋਰ ਵੀ ਹੈ, ਤੇਰਾ ਆਧਾਰ, ਤੇਰਾ ਹੀ ਸਹਾਰਾ ਹੈ। ਟੇਕ ਵੀ ਤੇਰੀ ਹੈ ਤੇ ਆਧਾਰ ਵੀ ਤੇਰਾ ਹੈ। ਇਹ ਦੋ ਬਾਤਾਂ ਨੇ। ਤੇ ਤੂੰ ਸਾਰਿਆਂ ਦੇ ਉੱਪਰ ਹੈ, ਇਹ ਤੀਜੀ ਬਾਤ ਹੈ। ਤੋ ਇਸ ਦੇ ਨਾਲ ਹੀ ਉਪਦੇਸ਼ ਸਮਾਪਤ ਹੋ ਗਿਆ ਹੈ। ਜੇ ਇਸ ਉਪਦੇਸ਼ ਨੂੰ ਵੀ 2 ਘਰਾਂ 'ਚ ਸਮਝਣਾ ਹੁੰਦਾ ਤਾਂ ਇਸ ਹੁਕਮਨਾਮੇ ਵਿੱਚ ਰਹਾਉ ਦਾ ਪਦਾ ਹੋਣਾ ਹੀ ਨਹੀਂ ਸੀ। ਪਰ ਕਿਉਂਕਿ ਇਹ ਜੋ ਬਾਰੀਕੀ ਦੇ ਨਾਲ ਗੁਰੂ ਸਾਹਿਬ ਸਾਡੀ ਉਂਗਲ ਫੜ ਰਹੇ ਨੇ,
ਅਸੀਂ ਵਾਰੇ ਜਾਈਏ ਗੁਰੂ ਸਾਹਿਬ ਤੋਂ, ਸਾਨੂੰ ਇੰਨੀ ਬਾਰੀਕੀ ਨਾਲ ਸਮਝਾ ਰਹੇ ਨੇ ਕਿ ਇੱਥੇ ਤੇਰੀ ਟੇਕ ਨੂੰ ਵੱਖਰਾ ਸਮਝਣਾ ਹੈ ਤੇ ਤੇਰਾ ਆਧਾਰ ਨੂੰ ਵੱਖਰਾ ਸਮਝਣਾ ਹੈ। ਹੁਣ ਕਿਉਂਕਿ ਇਸ ਉਪਦੇਸ਼ ਨੂੰ 3 ਘਰਾਂ ਨਾਲ ਸਮਝਣਾ ਹੈ, ਇਸ ਕਰਕੇ ਇਸ ਉਪਦੇਸ਼ ਨੂੰ ਸਮਝਣ ਦਾ ਢੰਗ ਘਰ ਤੀਜਾ ਹੋ ਗਿਆ ਹੈ, ਜਿਹੜਾ ਘਰ ਦੂਜੇ ਤੋਂ ਭਿੰਨ ਹੈ, ਘਰ ਦੂਜੇ ਤੋਂ ਵੱਖਰਾ ਹੈ, ਘਰ ਦੂਜੇ ਤੋਂ ਰਿਹਾ ਹੋਇਆ ਹੈ। ਸਾਡੇ ਕੋਲ 3 ਸਵਾਲਾਂ ਦਾ ਜਵਾਬ ਆ ਗਿਆ ਹੈ ਕਿ ਹੁਕਮਨਾਮੇ ਦੇ ਉਪਦੇਸ਼ਾਂ ਨੂੰ ਕਿਵੇਂ ਸਮਝਣਾ ਹੈ। ਹੁਕਮਨਾਮੇ ਦੇ ਉਪਦੇਸ਼ਾਂ ਨੂੰ ਘਰ ਦੂਜੇ ਵਿੱਚ ਸਮਝਣਾ ਹੈ। ਹੁਕਮਨਾਮੇ ਵਿੱਚ ਕਿੰਨੇ ਉਪਦੇਸ਼ ਹਨ? ਹੁਕਮਨਾਮੇ ਵਿੱਚ 9 ਉਪਦੇਸ਼ ਹਨ। ਹੁਕਮਨਾਮੇ ਦੇ ਉਪਦੇਸ਼ ਕਿਹੜੇ ਹਨ? 8 ਉਪਦੇਸ਼ ਪਦਾਂ ਵਿੱਚ ਹਨ, 1 ਉਪਦੇਸ਼ ਰਹਾਉ ਦੇ ਪਦੇ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।